ਜਦੋਂ ਤੱਕ ਤੁਸੀਂ ਕਿਨਾਰੇ ਨੂੰ ਨਹੀਂ ਛੱਡੋਗੇ ਉਦੋਂ ਤੱਕ ਤੁਸੀਂ ਸਮੁੰਦਰ ਪਾਰ ਨਹੀਂ ਕਰਦੇ। ਸ਼ੁਰੂ ਕਰਦੇ ਹਾਂ ਅੱਜ ਦੀ ਡੇਲੀ ਕਰੰਟ ਅਫੇਅਰ। ਤੁਹਾਡੇ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਲਰਨਗੇਟ ਤੇ। ਅੱਜ ਦਾ ਪਹਿਲਾ ਕੁਐਸਚਨ ਹੈ, ਕਿਸ ਦੇਸ਼ ਦੇ ਵਿਗਿਆਨਿਕਾਂ ਨੇ ਧਰਤੀ ਤੇ ਨਕਲੀ ਚੰਦ ਦਾ ਨਿਰਮਾਣ ਕੀਤਾ ਹੈ? ਤਾਂ ਕਿਸ ਦੇਸ਼ ਦੇ ਵਿਗਿਆਨਿਕਾਂ ਨੇ ਧਰਤੀ ਦੇ ਉੱਪਰ ਨਕਲੀ ਚੰਦ ਦਾ ਨਿਰਮਾਣ ਕੀਤਾ ਹੈ? ਆਪਸ਼ਨ ਨੰਬਰ ਏ ਚੀਨ ਨੇ। ਇਸ ਦੇ ਰਿਲੇਟਡ ਕੁਐਸਚਨ ਦੇ ਜੋ ਵੀ ਆਪਣੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਉਸ ਨੂੰ ਪਹਿਲਾਂ ਜਾਣ ਲੈਂਦੇ ਹਾਂ। ਧਰਤੀ ਤੇ ਚੰਦਰਮਾ ਦਾ ਅਧਿਐਨ ਕਰਨ ਦੇ ਲਈ ਚੀਨ ਨੇ ਨਕਲੀ ਚੰਦਰਮਾ ਦਾ ਨਿਰਮਾਣ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਕੀ ਕਰਿਆ ਸੀ? ਸੂਰਜ ਦਾ ਨਿਰਮਾਣ ਕਰਿਆ ਸੀ। ਤਾਂ ਹੁਣ ਕਾਹਦਾ ਕੀਤਾ? ਚੰਦਰਮਾ ਦਾ ਨਿਰਮਾਣ ਕੀਤਾ ਹੈ। ਇਸ ਨਕਲੀ ਚੰਦਰਮਾ ਦੇ ਮਾਧਿਅਮ ਨਾਲ ਵਿਗਿਆਨਿਕ ਉੱਥੋਂ ਦੇ ਵਾਤਾਵਰਣ ਦੀਆਂ ਸਥਿਤੀਆਂ ਅਤੇ ਵਾਤਾਵਰਣ ਦੇ ਹਿਸਾਬ ਨਾਲ ਨਵੇਂ ਉਪਕਰਨਾਂ ਦੀ ਜਾਂਚ ਅਤੇ ਆਉਣ ਵਾਲੇ ਸਮੇਂ ਵਿੱਚ ਅਭਿਆਨਾਂ ਦੀ ਵੀ ਤਿਆਰੀ ਕਰ ਸਕੇਗਾ। ਠੀਕ ਹੈ, ਹੁਣ ਆਪਾਂ ਪੜ੍ਹਦੇ ਹਾਂ ਕੁਐਸਚਨ ਨੰਬਰ 2। 19 ਜਨਵਰੀ 2022 ਨੂੰ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ ਨੇ ਆਪਣਾ ਕਿਹੜਾ ਸਥਾਪਨਾ ਦਿਵਸ ਮਨਾਇਆ ਹੈ? ਤਾਂ ਕਿਹੜਾ ਸਥਾਪਨਾ ਦਿਵਸ ਬਣਾਇਆ ਹੈ? ਤਾਂ ਇਹ ਬਣਾਇਆ ਆਪਸ਼ਨ ਨੰਬਰ ਸੀ 17ਵਾਂ ਸਥਾਪਨਾ ਦਿਵਸ। ਇਸ ਕੁਐਸਚਨ ਦੇ ਰਿਲੇਟਡ ਜੋ ਵੀ ਆਪਣੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਉਸ ਨੂੰ ਜਾਣ ਲੈਂਦੇ ਹਾਂ। ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ ਨੇ 19 ਜਨਵਰੀ ਕਦੋਂ? 19 ਜਨਵਰੀ ਨੂੰ ਜਨਵਰੀ 2022 ਨੂੰ ਨੇ ਆਪਣਾ 17ਵਾਂ ਸਥਾਪਨਾ ਦਿਵਸ ਮਨਾਇਆ ਹੈ। NDRF ਦੀ ਸਥਾਪਨਾ ਕਦੋਂ ਹੋਈ ਸੀ? ਇਹ ਹੋਈ ਸੀ 19 ਜਨਵਰੀ 2006 ਨੂੰ ਹੋਈ ਸੀ। ਹੁਣ ਇਸ ਕੁਐਸਚਨ 'ਚ ਆਪਾਂ ਕੀ ਪੜ੍ਹਿਆ ਹੈ? NDRF ਬਾਰੇ ਪੜ੍ਹਿਆ ਹੈ। ਤਾਂ ਹੁਣ ਆਪਾਂ ਜੋ ਵੀ NDRF ਦੇ ਰਿਲੇਟਡ ਜੋ ਵੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਉਸ ਨੂੰ ਪੜ੍ਹ ਲੈਂਦੇ ਹਾਂ। ਤਾਂ ਜਿਹੜਾ ਇਸ ਤੋਂ ਪਹਿਲੇ ਕੀ ਆਪਾਂ ਨੂੰ ਫੁੱਲ ਫਾਰਮ ਪਤਾ ਹੋਣਾ ਚਾਹੀਦਾ ਹੈ NDRF ਦਾ। ਤਾਂ ਠੀਕ ਹੈ, ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਇਸ ਦਾ ਫੁੱਲ ਫਾਰਮ ਹੈ। ਸਥਾਪਨਾ ਦਿਵਸ ਕਦੋਂ ਹੋਇਆ ਸੀ? 19 ਜਨਵਰੀ 2006 ਨੂੰ। NDRF ਦਾ ਜਿਹੜਾ ਹੈੱਡ ਆਫਿਸ ਹੈ ਉਹ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ। NDRF ਦੀ ਮਹਾਨਿਰਦੇਸ਼ਕ ਕੌਣ ਹਨ? ਅਤੁਲ ਕਰਵਾਲ ਹਨ। ਠੀਕ ਹੈ, ਔਰ NDRF ਦਾ ਜਿਹੜਾ ਮੋਟੋ ਹੈ ਉਹ ਕੀ ਹੈ? ਆਪਦਾ ਸੇਵਾ ਸदैव। ਠੀਕ ਹੈ, ਇਹਦਾ ਮੋਟੋ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 3। ਫੀਫਾ ਫੁੱਟਬਾਲ ਅਵਾਰਡ 2021 ਵਿੱਚ ਬੈਸਟ ਫੀਫਾ ਪੁਰਸ਼ ਖਿਡਾਰੀ ਦਾ ਅਵਾਰਡ ਕਿਸ ਨੇ ਜਿੱਤਿਆ ਹੈ? ਤਾਂ ਕਿਸ ਨੇ ਜਿੱਤਿਆ ਹੈ? ਇਹ ਅਵਾਰਡ ਜਿੱਤਿਆ ਹੈ ਰੋਬਰਟ ਲੈਵਾਨਡੋਸਕੀ ਨੇ। ਆਪਸ਼ਨ ਨੰਬਰ ਏ ਬਿਲਕੁਲ ਠੀਕ ਹੈ। ਇਸ ਕੁਐਸਚਨ ਰਿਲੇਟਡ ਜੋ ਵੀ ਆਪਣੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਆਪਾਂ ਉਸ ਨੂੰ ਜਾਣ ਲੈਂਦੇ ਹਾਂ। ਰੋਬਰਟ ਲੈਵਾਨਡੋਸਕੀ ਨੇ ਲਗਾਤਾਰ ਦੂਸਰੇ ਸਾਲ ਦੇ ਲਈ ਬੈਸਟ ਫੀਫਾ ਪੁਰਸ਼ ਖਿਡਾਰੀ ਦਾ ਅਵਾਰਡ ਜਿੱਤਿਆ ਹੈ। ਤਾਂ ਇਹ ਜਿਹੜਾ ਬੈਸਟ ਫੀਫਾ ਅਵਾਰਡ ਹੈ ਇਹ ਕਿੱਥੇ ਹੋਇਆ ਹੈ? ਇਹ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਹੋਇਆ ਹੈ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ। ਹੁਣ ਆਪਾਂ ਫੀਫਾ ਬਾਰੇ ਪੜ੍ਹਿਆ ਤਾਂ ਇਹ ਜਿਹੜਾ ਫੀਫਾ ਅਵਾਰਡ ਦੇ ਵਿੱਚ ਕੁਝ ਵਿਜੇਤਾਵਾਂ ਦੇ ਹੋਰ ਨਾਮ ਹਨ ਜਿਨ੍ਹਾਂ ਨੇ ਇਹ ਅਵਾਰਡ ਜਿੱਤਿਆ ਹੈ ਤਾਂ ਉਹ ਵੀ ਪੜ੍ਹ ਲੈਂਦੇ ਹਾਂ, ਜੋ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਮੋਸਟ ਇੰਪੋਰਟੈਂਟ ਹਨ। ਅੱਗੇ ਪੜ੍ਹਦੇ ਹਾਂ ਆਪਾਂ ਬੈਸਟ ਫੀਫਾ ਪੁਰਸ਼ ਖਿਡਾਰੀ। ਤਾਂ ਬੈਸਟ ਫੀਫਾ ਪੁਰਸ਼ ਖਿਡਾਰੀ ਦਾ ਆਪਾਂ ਨੇ ਕੁਐਸਚਨ 'ਚ ਵੀ ਪੜ੍ਹਿਆ ਹੈ। ਤਾਂ ਕਿਸ ਨੇ ਜਿੱਤਿਆ ਹੈ? ਇਹ ਜਿੱਤਿਆ ਰੋਬਰਟ ਲੈਵਾਨਡੋਸਕੀ ਨੇ। ਤਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਇਹ ਕਿੱਥੋਂ ਦੇ ਰਹਿਣ ਵਾਲੇ ਹਨ? ਇਹ ਪੋਲੈਂਡ ਦੇ ਹਨ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਬੈਸਟ ਫੀਫਾ ਮਹਿਲਾ ਖਿਡਾਰੀ। ਤਾਂ ਬੈਸਟ ਫੀਫਾ ਮਹਿਲਾ ਖਿਡਾਰੀ ਕਿਸ ਨੇ ਜਿੱਤਿਆ ਹੈ? ਅਲੈਕਸੀਆ ਪੁਟੇਲਸ ਨੇ ਜਿੱਤਿਆ ਹੈ। ਇਹ ਕਿੱਥੋਂ ਦੀ ਹੈ? ਇਹ ਸਪੇਨ ਦੀ ਹੈ। ਕਿੱਥੋਂ ਦੀ ਹੈ? ਸਪੇਨ ਦੀ। ਬੈਸਟ ਫੀਫਾ ਪੁਰਸ਼ ਖਿਡਾਰੀ ਗੋਲਕੀਪਰ ਦਾ ਅਵਾਰਡ ਕਿਸ ਨੇ ਜਿੱਤਿਆ ਹੈ? ਐਡਵਰਡ ਮੈਂਡੀ ਨੇ। ਤਾਂ ਕਿਸ ਨੇ ਜਿੱਤਿਆ ਹੈ? ਐਡਵਰਡ ਮੈਂਡੀ ਨੇ। ਫੀਫਾ ਬੈਸਟ ਮਹਿਲਾ ਖਿਡਾਰੀ ਗੋਲਕੀਪਰ ਦਾ ਅਵਾਰਡ ਕਿਸ ਨੇ ਜਿੱਤਿਆ ਹੈ? ਇਹ ਕ੍ਰਿਸਟੀਅਨ ਐਲੈਂਡਰ ਨੇ ਜਿੱਤਿਆ ਹੈ। ਠੀਕ ਹੈ, ਅੱਗੇ ਆ ਗਿਆ ਬੈਸਟ ਫੀਫਾ ਪੁਰਸ਼ ਕੋਚ ਦਾ ਅਵਾਰਡ ਕਿਸ ਨੇ ਜਿੱਤਿਆ ਹੈ? ਇਹ ਜਿੱਤਿਆ ਹੈ ਥਾਮਸ ਟੂਚੇਲ ਨੇ ਜਿੱਤਿਆ ਹੈ। ਅੱਗੇ ਆ ਗਿਆ ਬੈਸਟ ਫੀਫਾ ਮਹਿਲਾ ਕੋਚ ਦਾ ਅਵਾਰਡ ਕਿਸ ਨੇ ਜਿੱਤਿਆ ਹੈ? ਏਮਾ ਹੈਸ ਨੇ ਜਿੱਤਿਆ ਹੈ। ਠੀਕ ਹੈ, ਫੀਫਾ ਫੇਅਰ ਪਲੇ ਅਵਾਰਡ ਡੈਨਮਾਰਕ ਦੀ ਰਾਸ਼ਟਰੀ ਫੁੱਟਬਾਲ ਟੀਮ ਅਤੇ ਚਿਕਿਤਸਾ ਕਰਮਚਾਰੀ ਇੱਕ ਵਿਸ਼ੇਸ਼ ਕੈਰੀਅਰ ਉਪਲਬਧੀ ਦੇ ਲਈ ਫੀਫਾ ਅਵਾਰਡ ਇਹ ਵੀ ਕਿਸ ਨੇ ਜਿੱਤਿਆ ਹੈ? ਇਹ ਵੀ ਦੋ ਲੋਕਾਂ ਨੇ ਜਿੱਤਿਆ, ਇੱਕ ਪੁਰਸ਼ 'ਚ ਵੀ ਜਿੱਤਿਆ ਹੈ ਔਰ ਮਹਿਲਾ 'ਚ। ਆਪਾਂ ਪੁਰਸ਼ 'ਚ ਪਹਿਲਾਂ ਨਾਮ ਜਾਣ ਲੈਂਦੇ ਹਾਂ। ਤਾਂ ਮੇਲ 'ਚ ਕਿਹਨੇ ਜਿੱਤਿਆ ਹੈ? ਇਹ ਕ੍ਰਿਸਟੀਆਨੋ ਰੋਨਾਲਡੋ ਨੇ ਜਿੱਤਿਆ ਹੈ ਪੁਰਸ਼ ਦੇ ਵਿੱਚ। ਔਰ ਮਹਿਲਾ ਦੇ ਵਿੱਚ ਕਿਹਨੇ ਜਿੱਤਿਆ ਹੈ? ਕ੍ਰਿਸਟਨ ਸਿੰਕਲੇਅਰ ਨੇ ਜਿੱਤਿਆ ਹੈ। ਠੀਕ ਹੈ, ਇਹ ਵੀ ਆਪਾਂ ਨੂੰ ਦੋਨੋਂ ਯਾਦ ਹੋਣੇ ਚਾਹੀਦੇ, ਪੇਪਰ ਦੇ ਵਿੱਚ ਪੁੱਛ ਸਕਦੇ ਹਨ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 4। ਦੇਸ਼ ਦੇ ਪਹਿਲੀ ਵਾਰ ਟਰਾਂਸਪੋਰਟ ਦੇ ਲਈ ਆਪਣਾ ਇਨਫਿਨਿਟੀ ਬ੍ਰਿਜ ਖੋਲ੍ਹਿਆ ਹੈ। ਤਾਂ ਕਿਸ ਦੇਸ਼ ਨੇ ਖੋਲ੍ਹਿਆ ਹੈ? ਤਾਂ ਇਹ ਖੋਲ੍ਹਿਆ ਹੈਗਾ ਦੁਬਈ, ਸੰਯੁਕਤ ਅਰਬ ਅਮੀਰਾਤ ਦੇ ਵਿੱਚ ਜਿਹੜਾ ਸ਼ਹਿਰ ਹੈ ਦੁਬਈ, ਉਸਨੇ ਖੋਲ੍ਹਿਆ। ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਠੀਕ ਹੈ। ਇਸ ਕੁਐਸਚਨ ਦੇ ਰਿਲੇਟਡ ਜੋ ਵੀ ਆਪਣੇ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਆਪਾਂ ਉਸ ਨੂੰ ਜਾਣ ਲੈਂਦੇ ਹਾਂ।
ਦੁਬਈ ਸੰਯੁਕਤ ਅਰਬ ਅਮੀਰਾਤ ਵਿੱਚ ਇਨਫਿਨਿਟੀ ਬ੍ਰਿਜ ਨੂੰ ਉਪਚਾਰਿਕ ਰੂਪ ਵਿੱਚ ਪਹਿਲੀ ਵਾਰ ਟਰਾਂਸਪੋਰਟ ਦੇ ਲਈ ਖੋਲ੍ਹਿਆ ਗਿਆ ਹੈ। ਠੀਕ ਹੈ, ਇਸ ਦਾ ਡਿਜ਼ਾਈਨ ਇਨਫਿਨਿਟੀ ਦੇ ਗਣਿਤ ਜੈਸਾ ਨਿਸ਼ਾਨ ਦਿਖਦਾ ਹੈ। ਜੇ ਇਹ ਬ੍ਰਿਜ 300 ਮੀਟਰ ਲੰਬਾ ਅਤੇ 22 ਮੀਟਰ ਇਸ ਦੀ ਚੌੜਾਈ ਹੈ ਇਸ ਬ੍ਰਿਜ ਦੀ, ਔਰ ਜਿਹੜਾ ਇਨਫਿਨਿਟੀ ਜਿਹੜਾ ਇਹਦਾ ਨਿਸ਼ਾਨ ਹੈ ਉਹ ਇਸ ਤਰ੍ਹਾਂ ਕਰਕੇ ਬਣਦਾ ਹੈ। ਠੀਕ ਹੈ, ਅੱਗੇ ਕੀ ਹੈ, ਹੁਣ ਆਪਾਂ ਇਸ ਕੁਐਸਚਨ 'ਚ ਕੀ ਪੜ੍ਹਿਆ, UAE ਬਾਰੇ ਪੜ੍ਹਿਆ ਹੈ ਨਾ, ਤਾਂ ਹੁਣ ਆਪਾਂ UAE ਰਿਲੇਟਡ ਵੀ ਜੋ ਵੀ ਜਾਣਕਾਰੀ ਬਣਦੀ ਹੈ ਉਹ ਵੀ ਆਪਾਂ ਜਾਣ ਲੈਂਦੇ ਹਾਂ। ਤਾਂ UAE ਕੀ ਹੈ, UAE ਇੱਕ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ। UAE ਕਿੱਥੇ ਸਥਿਤ ਹੈ, ਏਸ਼ੀਆ ਮਹਾਦੀਪ ਵਿੱਚ ਸਥਿਤ ਹੈ। UAE ਦੀ ਜਿਹੜੀ ਰਾਜਧਾਨੀ ਹੈ ਉਹ ਕੀ ਹੈ, ਆਬੂ ਧਾਬੀ। UAE ਦੀ ਜਿਹੜੀ ਕਰੰਸੀ ਹੈ ਉਹ ਕੀ ਹੈ, UAE ਦਿਰਹਮ। UAE ਦੇ ਜਿਹੜੇ ਰਾਸ਼ਟਰਪਤੀ ਹੈ ਉਹ ਕੌਣ ਹਨ, ਸ਼ੇਖ ਖਲੀਫਾ ਬਿਨ ਜਾਇਦ ਅਲ ਨਹਾਜਾਨ ਇਸ ਦੇ ਕੀ ਹੈ, ਰਾਸ਼ਟਰਪਤੀ ਹਨ। UAE ਦੇ ਸ਼ਹਿਰ ਦੁਬਈ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ICC ਦਾ ਵੀ ਹੈੱਡ ਆਫਿਸ ਕਿੱਥੇ ਹੈ, UAE ਦੇ ਵਿੱਚ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ, ਜਿਹੜੀ ਸਭ ਤੋਂ ਉੱਚੀ ਇਮਾਰਤ ਹੈ ਬੁਰਜ ਖਲੀਫਾ, ਜਿਸ ਦੀ ਉਚਾਈ ਕਿੰਨੀ ਹੈ, 829.8 ਮੀਟਰ ਹੈ। ਇਹ ਵੀ ਕਿੱਥੇ ਹੈ, UAE ਦੇ ਦੇਸ਼ ਦੁਬਈ ਸ਼ਹਿਰ ਵਿੱਚ ਸਥਿਤ ਹੈ। ਅੱਗੇ ਆ ਗਿਆ, ਜਿਹੜੀ ਕੋਇਲਾ ਤੋਂ ਬਿਜਲੀ ਬਣਾਉਣ ਵਾਲਾ ਪਹਿਲਾ ਦੇਸ਼ ਅਰਬ ਦੇਸ਼, ਇਹ ਵੀ ਕੌਣ ਬਣ ਗਿਆ ਹੈ, ਇਹ ਵੀ ਬਣ ਗਿਆ ਹੈ UAE। ਠੀਕ ਹੈ, IPL 2020 ਦਾ ਆਯੋਜਨ ਇਹ ਵੀ ਕਿੱਥੇ ਹੋਇਆ ਸੀ, ਇਹ ਕਿਸ ਦੇਸ਼ ਵਿੱਚ ਕੀਤਾ ਗਿਆ ਸੀ, ਇਹ ਵੀ UAE ਦੇ ਵਿੱਚ ਕੀਤਾ ਗਿਆ ਸੀ। UAE ਦਾ ਸਭ ਤੋਂ ਸਰਵਉੱਚ ਨਾਗਰਿਕ ਸਨਮਾਨ ਆਰਡਰ ਆਫ ਜਾਇਦ, ਇਹ ਵੀ ਕਿਸ ਨੂੰ ਦਿੱਤਾ ਗਿਆ, ਇਹ ਵੀ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਹੈ। ਕਿਸ ਦੇਸ਼ ਨੇ ਆਪਣਾ ਸਮੁੰਦਰੀ ਡੋਮੇਨ ਜਾਗਰੂਕਤਾ ਉਪਗ੍ਰਹਿ ਤਾਰਾ ਮੰਡਲ ਲਾਂਚ ਕੀਤਾ ਹੈ, ਤਾਂ ਕਿਸ ਨੇ ਆਪਣਾ ਤਾਰਾ ਮੰਡਲ ਲਾਂਚ ਕੀਤਾ ਹੈ, ਇਸ ਕੁਐਸਚਨ ਦਾ ਆਨਸਰ ਹੈ ਦੱਖਣੀ ਅਫਰੀਕਾ। ਇਹ ਕਿਸਨੇ ਕੀਤਾ ਹੈ, ਦੱਖਣੀ ਅਫਰੀਕਾ। ਆਪਸ਼ਨ ਨੰਬਰ D ਇਸ ਦਾ ਬਿਲਕੁਲ ਠੀਕ ਹੈ। ਇਸ ਕੁਐਸਚਨ ਦੇ ਰਿਲੇਟਡ ਜੋ ਵੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਆਪਾਂ ਉਸ ਨੂੰ ਜਾਣ ਲੈਂਦੇ ਹਾਂ। ਦੱਖਣੀ ਅਫਰੀਕਾ ਨੇ ਪੂਰੀ ਤਰ੍ਹਾਂ ਨਾਲ ਅਫਰੀਕਾ ਮਹਾਦੀਪ ਵਿੱਚ ਵਿਕਸਿਤ ਆਪਣਾ ਪਹਿਲਾ ਉਪਗ੍ਰਹਿ ਤਾਰਾ ਮੰਡਲ ਲਾਂਚ ਕੀਤਾ ਹੈ। ਹੁਣ ਆਪਾਂ ਕੀ ਪੜ੍ਹ ਰਹੇ ਹਾਂ, ਇਸ ਕੁਐਸਚਨ 'ਚ ਉਪਗ੍ਰਹਿ ਪੜ੍ਹ ਰਹੇ ਹਾਂ, ਤਾਂ ਹੁਣ ਜਿਹੜੇ ਆਪਣੇ ਟੌਪ 5 ਉਪਗ੍ਰਹਿ ਜਿਹੜੇ ਲਾਂਚ ਕੀਤੇ ਗਏ ਪਿਛਲੇ ਕਰੰਟ ਅਫੇਅਰ ਦੇ ਵਿੱਚ ਉਹ ਵੀ ਆਪਾਂ ਜਾਣ ਲੈਂਦੇ ਹਨ। ਤਾਂ ਕੀ ਕੀਤੇ, ਜਿਹੜਾ ਅੰਗਾਰਾ A5 ਉਪਗ੍ਰਹਿ ਕਿਸ ਨੂੰ ਲਾਂਚ ਕੀਤਾ ਹੈ, ਤਾਂ ਇਹ ਕਿਸ ਦੇਸ਼ ਨੇ ਲਾਂਚ ਕੀਤਾ, ਇਹ ਰੂਸ ਨੇ ਕੀਤਾ ਹੈ। ਇਨਮਾਰਸੈਟ 6F1 ਇੱਕ ਸੰਚਾਰ ਉਪਗ੍ਰਹਿ ਨੂੰ ਕਿਸ ਦੇਸ਼ ਨੇ ਲਾਂਚ ਕੀਤਾ ਹੈ, ਤਾਂ ਇਹ ਜਾਪਾਨ ਨੇ ਕੀਤਾ ਹੈ। ਕਿਸ ਦੇਸ਼ ਨੇ ਸੰਚਾਰ ਉਪਗ੍ਰਹਿ ਜੋਂਗ ਐਕਸਿੰਗ ID ਨੂੰ ਲਾਂਚ ਕੀਤਾ ਹੈ, ਤਾਂ ਇਹ ਚੀਨ ਨੇ ਕੀਤਾ ਹੈ। ਕਿਸ ਦੇਸ਼ ਨੇ ਆਪਣਾ ਪਹਿਲਾ ਸਵਦੇਸੀ ਅੰਤਰਿਕਸ਼ ਉਪਗ੍ਰਹਿ ਨੂਰੀ ਦਾ ਪ੍ਰੀਖਣ ਕੀਤਾ ਹੈ, ਤਾਂ ਕਿਸ ਨੇ ਕੀਤਾ ਹੈ, ਇਹ ਕੀਤਾ ਦੱਖਣੀ ਕੋਰੀਆ ਨੇ। ਅੱਗੇ ਪੜ੍ਹ ਲੈਂਦੇ ਆਪਾਂ, ਕਿਸ ਦੇਸ਼ ਨੇ ਸੈਨਾ ਸੰਚਾਰ ਉਪਗ੍ਰਹਿ ਸਰਕਿਊਸ 4A ਨੂੰ ਲਾਂਚ ਕੀਤਾ ਹੈ, ਤਾਂ ਇਹ ਕਿਸ ਨੇ ਕੀਤਾ ਹੈ, ਫਰਾਂਸ ਨੇ। ਠੀਕ ਹੈ, ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 6। ਕੁਐਸਚਨ ਨੰਬਰ 6, ਕਿਸ ਤਕਨੀਕ ਮੰਚ ਨੇ ਜਾਗਰੂਕ ਵੋਟਰ ਅਭਿਆਨ ਨੂੰ ਸ਼ੁਰੂ ਕੀਤਾ ਹੈ, ਤਾਂ ਕਿਸ ਨੇ ਸ਼ੁਰੂ ਕੀਤਾ ਹੈ, ਆਪਸ਼ਨ ਨੰਬਰ A ਟਵਿੱਟਰ ਨੇ। ਅੱਗੇ ਪੜ੍ਹਦੇ ਆਪਾਂ ਕੁਐਸਚਨ ਨੰਬਰ 6, ਕਿਸ ਤਕਨੀਕੀ ਮੰਚ ਨੇ ਜਾਗਰੂਕ ਵੋਟਰ ਅਭਿਆਨ ਨੂੰ ਸ਼ੁਰੂ ਕੀਤਾ ਹੈ, ਤਾਂ ਕਿਸ ਨੇ ਸ਼ੁਰੂ ਕੀਤਾ ਹੈ, ਇਹ ਕੀਤਾ ਹੈ ਆਪਸ਼ਨ ਨੰਬਰ A ਟਵਿੱਟਰ ਨੇ। ਠੀਕ ਹੈ, ਇਸ ਕੁਐਸਚਨ ਦੇ ਰਿਲੇਟਡ ਜੋ ਵੀ ਆਪਣੀ ਇੰਪੋਰਟੈਂਟ ਪੁਆਇੰਟਸ ਬਣਦੇ ਹਨ ਪਹਿਲਾਂ ਆਪਾਂ ਉਹਨਾਂ ਨੂੰ ਜਾਣ ਲੈਂਦੇ ਹਾਂ। ਮਾਈਕਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਜਾਗਰੂਕ ਵੋਟਰ ਅਭਿਆਨ ਨੂੰ ਸ਼ੁਰੂ ਕੀਤਾ ਹੈ, ਜਿਸ ਦਾ ਮੁੱਖ ਉਦੇਸ਼ ਨਾਗਰਿਕ ਨੂੰ ਵੋਟ ਦੇਣ ਤੋਂ ਪਹਿਲਾਂ ਸਹੀ ਗਿਆਨ ਨਾਲ ਜਾਗਰੂਕ ਬਣਾਉਣਾ ਹੈ। ਇਸ ਜਿਹੜਾ ਜਾਗਰੂਕ ਵੋਟਰ ਅਭਿਆਨ ਸ਼ੁਰੂ ਕੀਤਾ, ਇਸ ਦਾ ਮੁੱਖ ਉਦੇਸ਼ ਕੀ ਹੈ, ਇਸ ਦਾ ਮੁੱਖ ਉਦੇਸ਼ ਹੈ, ਇਸ ਪਹਿਲ ਦਾ ਪਹਿਲਾ ਉਦੇਸ਼ ਮਤਦਾਤਾਵਾਂ ਨੂੰ ਵੋਟ ਦੇਣ ਦੇ ਲਈ ਜਾਗਰੂਕ ਬਣਾਉਣਾ ਹੈ। ਠੀਕ ਹੈ, ਹੁਣ ਆਪਾਂ ਇਸ ਕੁਐਸਚਨ 'ਚ ਕੀ ਪੜ੍ਹਿਆ ਹੈਗਾ, ਟਵਿੱਟਰ, ਤਾਂ ਹੁਣ ਆਪਾਂ ਟਵਿੱਟਰ ਬਾਰੇ ਵੀ ਜਿਹੜੀ ਜਾਣਕਾਰੀ ਬਣਦੀ ਹੈ ਇਹਨੂੰ ਵੀ ਆਪਾਂ ਜਾਣ ਲੈਂਦੇ ਹਾਂ। ਤਾਂ ਟਵਿੱਟਰ ਕੀ ਹੈ, ਟਵਿੱਟਰ ਇੱਕ ਸੋਸ਼ਲ ਨੈਟਵਰਕ ਸਾਈਟ ਹੈ। ਇਸ ਟਵਿੱਟਰ ਦੀ ਸਥਾਪਨਾ ਕਦੋਂ ਹੋਈ ਸੀ, 21 ਮਾਰਚ 2006 ਨੂੰ ਹੋਈ ਸੀ। ਟਵਿੱਟਰ ਦਾ ਹੈੱਡ ਆਫਿਸ ਕਿੱਥੇ ਹੈ, ਕੈਲੀਫੋਰਨੀਆ USA ਦੇ ਵਿੱਚ, USA ਦੇ ਸ਼ਹਿਰ ਕੈਲੀਫੋਰਨੀਆ ਦੇ ਵਿੱਚ। ਅੱਗੇ ਪੜ੍ਹਦੇ ਹਾਂ, ਜਿਹੜਾ ਟਵਿੱਟਰ ਦਾ CEO ਕੌਣ ਹੈ, ਪਰਾਗ ਅਗਰਵਾਲ। ਠੀਕ ਹੈ, ਇਸ ਦਾ CEO ਕੌਣ ਹੈ, ਪਰਾਗ ਅਗਰਵਾਲ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 7, ਏਅਰ ਇੰਡੀਆ ਲਿਮਿਟਿਡ ਦੇ ਨਵੇਂ ਅਧਿਅਕਸ਼ ਅਤੇ ਪ੍ਰਬੰਧ ਨਿਰਦੇਸ਼ਕ ਕੌਣ ਬਣਿਆ ਹੈ, ਤਾਂ ਕੌਣ ਬਣਿਆ ਹੈ, ਤਾਂ ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ D ਵਿਕਰਮ ਦੇਵ ਦੱਤ ਬਣੇ ਹਨ।
ठीक है। इस क्वेश्चन के रिलेटेड जो भी अपनी इंपॉर्टेंट जानकारी बनती है पहला आप उसनू जान लेंगे हाँ। विक्रमदेव दत्त एयर इंडिया लिमिटेड के नवे अध्यक्ष ਅਤੇ प्रबंध निर्देशक बने हैं। विक्रमदेव दत्त किस दी जगह लैणगे तो यह जगह लैणगे राजीव बंसल दी। ठीक है। हुण इस क्वेश्चन च आपां की पढ़िया CMD बारे पढ़िया ना कि नवे निर्देशक कौन बनया तो आपां नूं टॉप 5 ਜਿਹੜੇ पिछले करंट अफेयर ਦੇ CMD बने हैं उन्होंने भी जान लेने हैं। इंजीनियर्स इंडिया लिमिटेड EIL दी पहले महिला अध्यक्ष ਅਤੇ प्रबंध निर्देशक कौन बनी है? वर्तिका शुक्ला। तो कौन बनी है? वर्तिका शुक्ला। अगे पढ़ते हैं आप राष्ट्रीय इस्पात निगम लिमिटेड RINL ਦੇ ਨਵੇਂ ਅਧਿਅਕਸ਼ ਅਤੇ ਪ੍ਰਬੰਧ ਨਿਰਦੇਸ਼ਕ ਕੌਣ ਬਣੇ ਹਨ? ਤਾਂ ਕੌਣ ਬਣੇ ਹਨ? ਅਤੁਲ ਭੱਟ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਵੇਂ ਅਧਿਅਕਸ਼ ਅਤੇ ਪ੍ਰਬੰਧ ਨਿਰਦੇਸ਼ਕ ਕੌਣ ਬਣੇ ਹਨ? SLR त्रिपाठी। ਰਾਸ਼ਟਰੀ ਲਘੂ ਉਦਯੋਗ ਨਿਗਮ ਲਿਮਿਟਡ NSIC ਦੇ ਨਵੇਂ ਅਧਿਅਕਸ਼ ਅਤੇ ਪ੍ਰਬੰਧ ਨਿਰਦੇਸ਼ਕ ਕੌਣ ਬਣੇ ਹਨ? ਅਲਕਾ ਨਾਗਿਆ। ਅੱਗੇ ਪੜ੍ਹਦੇ ਹਾਂ PTC ਇੰਡੀਆ ਲਿਮਿਟਡ ਦੇ ਨਵੇਂ CMD ਕੌਣ ਬਣੇ ਹਨ? ਰਾਜੀਵ ਕੁਮਾਰ ਮਿਸ਼ਰਾ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 8 ਇੰਡੋਨੇਸ਼ੀਆ ਦੀ ਨਵੀਂ ਰਾਜਧਾਨੀ ਕੀ ਹੋ ਗਈ ਹੈ? ਤਾਂ ਕੀ ਹੋ ਗਈ ਹੈ? ਤਾਂ ਇਹ ਹੋ ਗਈ ਹੈ ਆਪਸ਼ਨ ਨੰਬਰ C ਨੁਸੰਤੂਰਾ। ਨੁਸੰਤੂਰਾ ਇਸ ਦੀ ਕੀ ਹੈ? ਨਵੀਂ ਰਾਜਧਾਨੀ ਬਣ ਗਈ ਹੈ ਇੰਡੋਨੇਸ਼ੀਆ ਦੀ। ਇਸ ਕੁਐਸਚਨ ਦੇ ਰਿਲੇਟਡ ਜੋ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਪਹਿਲਾਂ ਆਪਾਂ ਉਸ ਨੂੰ ਜਾਣ ਲੈਂਦੇ ਹਾਂ। ਇੰਡੋਨੇਸ਼ੀਆ ਦੀ ਰਾਜਧਾਨੀ ਹੁਣ ਜਕਾਰਤਾ ਨਹੀਂ ਰਹੀ। ਜਕਾਰਤਾ ਬਹੁਤ ਆਬਾਦੀ ਵਾਲਾ ਦੇਸ਼ ਜਾਂ ਸ਼ਹਿਰ ਦੇਸ਼ ਕਹਿ ਰਹੀ ਹਾਂ ਸ਼ਹਿਰ ਬਣ ਗਿਆ ਹੈ। ਇਸ ਲਈ ਉੱਥੇ ਮੂਲਭੂਤ ਸੁਵਿਧਾਵਾਂ ਤੇ ਜ਼ਰੂਰਤ ਤੋਂ ਵੀ ਜ਼ਿਆਦਾ ਬੋਝ ਪੈ ਗਿਆ ਹੈ। ਇਸ ਲਈ ਸਰਕਾਰ ਨੇ ਦੇਸ਼ ਦੀ ਰਾਜਧਾਨੀ ਨੂੰ ਉੱਥੋਂ ਹਟਾਕਰ ਨੂਸੰਤਾਰਾ ਲੈ ਜਾਣ ਦਾ ਫੈਸਲਾ ਕੀਤਾ ਹੈ। ਹੁਣ ਆਪਾਂ ਇਸ ਕੁਐਸਚਨ 'ਚ ਕੀ ਪੜ੍ਹਿਆ? ਇੰਡੋਨੇਸ਼ੀਆ। ਤਾਂ ਹੁਣ ਆਪਾਂ ਇੰਡੋਨੇਸ਼ੀਆ ਵੀ ਰਿਲੇਟਡ ਜੋ ਜਾਣਕਾਰੀ ਬਣਦੀ ਹੈ ਉਸ ਨੂੰ ਵੀ ਪੜ੍ਹ ਲੈਂਦੇ ਹਾਂ। ਠੀਕ ਹੈ। ਇੰਡੋਨੇਸ਼ੀਆ ਕੀ ਹੈ? ਇੰਡੋਨੇਸ਼ੀਆ ਇੱਕ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ। ਇੰਡੋਨੇਸ਼ੀਆ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ। ਇੰਡੋਨੇਸ਼ੀਆ ਦੀ ਜਿਹੜੀ ਰਾਜਧਾਨੀ ਹੈ ਉਹ ਕੀ ਹੈ? ਜਕਾਰਤਾ। ਠੀਕ ਹੈ। ਇੰਡੋਨੇਸ਼ੀਆ ਦੀ ਜਿਹੜੀ ਕਰੰਸੀ ਹੈ ਇੰਡੋਨੇਸ਼ੀਆਈ ਰੁਪਈਆ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਕੌਣ ਹਨ? ਜੋਕੋ ਵਿਡੋ ਹਨ। ਇੰਡੋਨੇਸ਼ੀਆ ਦੀ ਸੰਸਦ ਦਾ ਨਾਮ ਕੀ ਹੈ? ਪੀਪਲ ਕੰਸਲਟੇਟਿਵ ਅਸੈਂਬਲੀ। ਇਹ ਕੀ ਹੈ? ਇੰਡੋਨੇਸ਼ੀਆ ਦੀ ਸੰਸਦ ਦਾ ਨਾਮ ਹੈ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 9 ਭਾਰਤੀ ਥਲ ਸੈਨਾ ਦੇ ਨਵੇਂ ਉਪ ਪ੍ਰਮੁੱਖ ਕੌਣ ਬਣੇ ਹਨ? ਤਾਂ ਕੌਣ ਬਣੇ ਹਨ? ਇਹ ਬਣੇ ਹਨ मनोज पांडे। ऑप्शन नंबर ए इस दा बिल्कुल ठीक है। इस क्वेश्चन के रिलेटेड जो भी अपनी इंपॉर्टेंट जानकारी है पहला आप उसनू जान लेने हैं। मनोज पांडे भारतीय थल सेना ਦੇ ਨਵੇਂ ਪ੍ਰਮੁੱਖ ਬਣੇ ਹਨ ਅਤੇ ਇਹ ਜਨਰਲ JP ਮਹੰਤੀ ਦੀ ਜਗ੍ਹਾ ਲੈਣਗੇ। ਤਾਂ ਇਹ ਕਿਸ ਦੀ ਜਗ੍ਹਾ ਲੈਣਗੇ? JP ਮਹੰਤੀ ਦੀ। ਠੀਕ ਹੈ। ਉਹਨਾਂ ਨੇ मतलब कि ਜਿਹੜੇ ਜਨਰਲ ਮਨੋਜ ਪਾਂਡੇ ਆ ਉਹਨਾਂ ਨੇ ਆਪਰੇਸ਼ਨ ਵਿਜੇ ਅਤੇ ਆਪਰੇਸ਼ਨ ਪਰਾਕਰਮ ਵਿੱਚ ਮੂਲ ਰੂਪ ਨਾਲ ਭਾਗ ਲਿਆ ਸੀ। ਮਤਲਬ ਕਿ ਉਹਨਾਂ ਨੇ ਆਪਣਾ ਹਿੱਸਾ ਲਿਆ ਸੀ ਇਸ ਦੇ ਵਿੱਚ। ਹੁਣ ਆਪਾਂ ਇਸ ਕੁਐਸਚਨ 'ਚ ਕੀ ਪੜ੍ਹ ਰਹੇ ਹਾਂ? ਭਾਰਤੀ ਥਲ ਸੈਨਾ। ਤਾਂ ਆਪਾਂ ਨੂੰ ਭਾਰਤੀ ਥਲ ਸੈਨਾ ਬਾਰੇ ਵੀ ਜਾਣ ਲੈਂਦੇ ਹਾਂ। ਤਾਂ ਭਾਰਤੀ ਥਲ ਸੈਨਾ ਕੀ ਹੈ? ਪਹਿਲਾਂ ਆਪਾਂ ਨੂੰ ਇਹਦਾ ਪਤਾ ਹੋਣਾ ਚਾਹੀਦਾ। ਭਾਰਤੀ ਥਲ ਸੈਨਾ ਨੂੰ ਇੰਡੀਅਨ ਆਰਮੀ ਵੀ ਕਹਿੰਦੇ ਹਨ। ਠੀਕ ਹੈ। ਇਸ ਦੀ ਸਥਾਪਨਾ ਕਦੋਂ ਹੋਈ ਸੀ? ਇੰਡੀਅਨ ਆਰਮੀ ਦੀ 1 ਅਪ੍ਰੈਲ 1895 ਦੇ ਵਿੱਚ। ਠੀਕ ਹੈ। ਕਦੋਂ ਹੋਈ ਸੀ? 1 ਅਪ੍ਰੈਲ 1895। ਇੰਡੀਅਨ ਆਰਮੀ ਦਾ ਜਿਹੜਾ ਹੈੱਡ ਆਫਿਸ ਹੈ ਉਹ ਕਿੱਥੇ ਹੈਗਾ? ਨਵੀਂ ਦਿੱਲੀ ਦੇ ਵਿੱਚ। ਇੰਡੀਅਨ ਆਰਮੀ ਥਲ ਸੈਨਾ ਦੇ ਅਧਿਅਕਸ਼ ਕੌਣ ਬਣੇ ਹਨ? ਜਨਰਲ ਮਨੋਜ ਕੁਮਾਰ ਮੁਕੁੰਡ ਨਰਵਣੇ। ਠੀਕ ਹੈ। ਇਹ ਇਸ ਦੇ ਅਧਿਅਕਸ਼ ਬਣੇ ਹਨ। ਥਲ ਸੈਨਾ ਦੇ ਉਪ ਪ੍ਰਮੁੱਖ ਕੌਣ ਬਣੇ ਹਨ? ਹੁਣ ਆਪਾਂ ਕੁਐਸਚਨ 'ਚ ਵੀ ਪੜ੍ਹਿਆ ਸੀ ਨਾ ਜਨਰਲ ਮਨੋਜ ਪਾਂਡੇ। ਭਾਰਤੀ ਥਲ ਸੈਨਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ ਕਦੋਂ ਮਨਾਇਆ ਜਾਂਦਾ ਹੈ? ਇਹ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਹੁਣ ਆਪਾਂ ਇਸ ਕੁਐਸਚਨ 'ਚ ਕੀ ਹੈ? ਨਿਯੁਕਤੀ ਪੜ੍ਹੀ ਹੈ ਵੀ ਕੌਣ ਨਿਯੁਕਤ ਹੋਇਆ। ਤਾਂ ਆਪਾਂ ਟੌਪ 5 ਜਿਹੜੇ ਪੁਰਾਣੇ ਕਰੰਟ ਅਫੇਅਰ ਸੈਨਾਵਾਂ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਭਾਰਤ ਦੇ ਨਵੇਂ ਨੌ ਸੈਨਾ ਪ੍ਰਮੁੱਖ ਕੌਣ ਬਣੇ ਹਨ? ਤਾਂ ਇਹ ਕੌਣ ਬਣਿਆ? R ਹਰੀ ਕੁਮਾਰ। ਭਾਰਤੀ ਵਾਯੂ ਸੈਨਾ ਦੇ ਨਵੇਂ ਪ੍ਰਮੁੱਖ ਕੌਣ ਬਣੇ ਹਨ? RV ਚੌਧਰੀ। ਭਾਰਤੀ ਵਾਯੂ ਸੈਨਾ ਦੇ ਨਵੇਂ ਉਪ ਪ੍ਰਮੁੱਖ ਕੌਣ ਬਣੇ ਹਨ? ਸੰਦੀਪ ਸਿੰਘ। ਭਾਰਤੀ ਸੈਨਾ ਦੇ ਦੱਖਣੀ ਭਾਰਤ ਦੇ ਲਈ ਨਵਾਂ ਜਨਰਲ ਅਫਸਰ ਕਮਾਂਡਰ GOC ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਅਰੁਣ ਕੁਮਾਰ ਨੂੰ। ਚੀਫ ਆਫ ਸਟਾਫ ਕਮੇਟੀ ਦੇ ਨਵੇਂ ਅਧਿਅਕਸ਼ ਕੌਣ ਬਣੇ ਹਨ? ਮਨੋਜ ਮੁਕੁੰਦ ਨਰਵਣੇ। ਠੀਕ ਹੈ। ਇਸ ਦਾ ਕੁਐਸਚਨ ਦਾ ਆਨਸਰ ਹੋ ਗਿਆ। ਅੱਗੇ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ 10 ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ। ਕਿਸ ਸਪੇਸ ਕੰਪਨੀ ਨੇ 49 ਸਟਾਰਲਿੰਕ ਉਪਗ੍ਰਹਿ ਨੂੰ ਲਾਂਚ ਕੀਤਾ ਹੈ? ਤਾਂ ਕਿਸ ਕੰਪਨੀ ਨੇ
ਲਾਂਚ ਕੀਤਾ? ਆਪਸ਼ਨ ਨੰਬਰ ਸੀ ਸਪੇਸ ਐਕਸ ਨੇ। ਇਸ ਕੁਐਸਚਨ ਦੇ ਰਿਲੇਟਡ ਜੋ ਵੀ ਆਪਣੇ ਇੰਪੋਰਟੈਂਟ ਪੁਆਇੰਟਸ ਬਣਦੇ ਹਨ ਉਹ ਵੀ ਆਪਾਂ ਜਾਣ ਲੈਂਦੇ ਹਨ। ਸਪੇਸ ਐਕਸ ਦੇ 49 ਸਟਾਰਲਿੰਕ ਉਪਗ੍ਰਹਿ ਨੇ ਫਾਲਕਨ 9 ਰਾਕਟ ਤੇ ਫਲੋਰੀਡਾ ਦੇ ਕੈਨੇਡੀ ਦੇ ਸਪੇਸ ਸੈਂਟਰ ਵਿੱਚ ਨਾਸਾ ਨੇ ਲਾਂਚ ਕੰਪਲੈਕਸ 39A ਤੋਂ ਉਡਾਨ ਭਰੀ ਹੈ। ਠੀਕ ਹੈ, ਆਪਾਂ ਇਸ ਕੁਐਸਚਨ 'ਚ ਕੀ ਪੜ੍ਹਿਆ? ਸਪੇਸ ਐਕਸ। ਤਾਂ ਹੁਣ ਆਪਾਂ ਸਪੇਸ ਐਕਸ ਬਾਰੇ ਵੀ ਜਿਹੜੀ ਇੰਪੋਰਟੈਂਟ ਜਾਣਕਾਰੀ ਬਣਦੀ ਹੈ ਉਸ ਨੂੰ ਵੀ ਜਾਣ ਲੈਂਦੇ ਹਨ। ਸਪੇਸ ਐਕਸ ਅਮਰੀਕਾ ਦੀ ਇੱਕ ਨਿੱਜੀ ਸਪੇਸ ਏਜੰਸੀ ਹੈ। ਸਪੇਸ ਐਕਸ ਦੀ ਸਥਾਪਨਾ ਕਦੋਂ ਹੋਈ ਸੀ? 6 ਮਈ 2002 ਦੇ ਵਿੱਚ। ਠੀਕ ਹੈ, ਔਰ ਜਿਹੜਾ ਸਪੇਸ ਐਕਸ ਦਾ ਹੈੱਡ ਆਫਿਸ ਕਿੱਥੇ ਹੈ? USA ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ। ਠੀਕ ਹੈ, ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ? ਵੀਡੀਓ ਦੇ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ। ਔਰ ਥੈਂਕ ਯੂ ਵੈਰੀ ਮਚ।